तभी खालसा करी अरदास। तभी खालसे करी अरदास। सिखां ने जसपत राय दे कोलों प्रसादा पानी छकण ਅਤੇ ਖਰੀਦਣ ਦੀ ਆਗਿਆ ਵਾਸਤੇ ਚਿੱਠੀ ਲਿਖ ਕੇ ਭੇਜੀ, ਜਿਸ ਦੇ ਬਦਲੇ ਉਹਨੇ ਸਿੱਖਾਂ ਨੂੰ ਜਵਾਬ ਦਿੱਤਾ ਕਿ ਮੈਂ ਤੁਹਾਨੂੰ ਆਗਿਆ ਨਹੀਂ ਦੇਵਾਂਗਾ, ਸਗੋਂ ਮੈਂ ਫੜ ਕੇ ਤੁਹਾਨੂੰ ਨਵਾਬ ਦੇ ਅੱਗੇ ਪੇਸ਼ ਕਰਾਂਗਾ। ਜਿਵੇਂ ਤੁਹਾਡੇ ਭਾਈ ਮਣੀ ਸਿੰਘ ਜੀ ਨੂੰ ਬੰਦ ਕਰਕੇ ਮਾਰਿਆ ਹੈ, ਉਸੇ ਤਰੀਕੇ ਦੇ ਨਾਲ ਤੁਹਾਨੂੰ ਵੀ ਵੱਖ-ਵੱਖ ਤਰੀਕਿਆਂ ਦੀਆਂ ਸਜ਼ਾਵਾਂ ਦੇ ਕੇ ਮਾਰਿਆ ਜਾਵੇਗਾ। ਇੱਥੋਂ ਤੱਕ ਕਹਿੰਦਾ ਹੈ ਕਿ ਤੁਹਾਡੇ ਕੇਸਾਂ ਨੂੰ ਕੱਟ ਕੇ ਇਹਦੇ ਮੈਂ ਰੱਸੇ ਵੱਟਾਂਗਾ ਅਤੇ ਇਹਨਾਂ ਨਾਲ ਮੈਂ ਫਿਰ ਆਪਣਾ ਮਾਲ ਡੰਗਰ ਬਣਾਂਗਾ। ਜਦੋਂ ਖਾਲਸੇ ਨੇ ਇਹ ਜਵਾਬ ਸੁਣਿਆ, ਜਿਵੇਂ ਬਿੱਛੂ ਡੰਗ ਮਾਰਦਾ ਹੈ ਤੇ ਦਰਦ ਹੁੰਦਾ ਹੈ, ਜਦੋਂ ਖਾਲਸੇ ਦੀ ਆਨ ਸ਼ਾਨ ਵਿੱਚ ਤੇ ਭਾਈ ਮਣੀ ਸਿੰਘ ਜੀ ਦੀ ਸ਼ਹਾਦਤ ਦੇ ਬਾਰੇ ਖਾਲਸੇ ਨੂੰ ਬਚਨ ਕਹੇ, ਤਾਂ ਖਾਲਸੇ ਨੂੰ ਬੜਾ ਦਰਦ ਹੋਇਆ, ਜਿਵੇਂ ਬਿੱਛੂ ਦਾ ਡੰਗ ਮਾਰ ਦਿੱਤਾ ਹੋਵੇ। ਜਦੋਂ ਇਹ ਬਚਨ ਜਸਪਤ ਰਾਏ ਨੇ ਕਹੇ ਤੇ ਖਾਲਸੇ ਨੇ ਫਿਰ ਗੁਰਮਤਾ ਸੋਧਿਆ, ਤੇ ਗੁਰਮਤਾ ਸੋਧ ਕੇ ਖਾਲਸੇ ਨੇ ਫਿਰ ਇੱਕ ਅਰਦਾਸ ਕੀਤੀ ਹੈ, ਤभी ਖਾਲਸੇ ਕਰੀ ਅਰਦਾਸ। ਫਿਰ ਖਾਲਸੇ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ, ਅਰਦਾਸਾ ਸੋਧਿਆ ਹੈ। ਤੇ ਕਈ ਵਾਰੀ ਆਪਾਂ ਬਾਣੀ ਵਿੱਚੋਂ ਇਸ ਨੂੰ ਵਿਚਾਰ ਚੁੱਕੇ ਹਾਂ ਕਿ ਸਤਿਗੁਰੂ ਜੀ ਨੇ ਸਿੱਖ ਨੂੰ ਅਰਦਾਸ ਬਹੁਤ ਵੱਡੀ ਦਾਤ ਦਿੱਤੀ ਹੈ। ਸਿੱਖ ਦੀ ਰੀੜ ਦੀ ਹੱਡੀ ਹੀ ਅਸਲ ਵਿੱਚ ਅਰਦਾਸ ਹੈ। ਜਿੱਥੇ ਕੁਝ ਨਹੀਂ ਕੰਮ ਆਉਂਦਾ, ਸਾਰੇ ਹੀਲੇ ਵਸੀਲੇ ਖਤਮ ਹੋ ਜਾਂਦੇ ਹਨ, ਉੱਥੋਂ ਫਿਰ ਸਿੱਖ ਦੀ ਕੀਤੀ ਹੋਈ ਅਰਦਾਸ ਜਿਹੜੀ ਸ਼ੁਰੂ ਹੁੰਦੀ ਹੈ, ਤੇ ਅਰਦਾਸ ਹੀ ਮਨੁੱਖ ਦਾ ਪਾਰ ਉਤਾਰਾ ਕਰਦੀ ਹੈ। ਜਦੋਂ ਸਿੱਖ ਮੁਸੀਬਤ ਵਿੱਚ ਸਾਰੇ ਸਾਥ ਛੱਡ ਜਾਣ, ਸਾਰੇ ਕੰਡ ਕਰ ਜਾਣ, ਕੋਈ ਬਾਹ ਨਾ ਫੜੇ, ਤਾਂ ਫਿਰ ਕਿਤੇ ਸਤਿਗੁਰੂ ਦਾ ਪੱਲਾ ਫੜ ਕੇ ਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਸਿੱਖ ਭਾਵਨਾ ਨਾਲ ਅਰਦਾਸ ਕਰੇ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੈਸਲਾ ਹੈ ਕਿ ਉਹਦੀ ਅਰਦਾਸ ਸਵੀਕਾਰ ਹੁੰਦੀ ਹੈ। ਤੇ ਉਹਦੀ ਜਿੱਥੇ ਕੋਈ ਬਾਹ ਨਹੀਂ ਫੜਦਾ, ਉਹਦੀ ਬਾਹ ਫੜਨ ਵਾਲਾ ਫਿਰ ਗੁਰੂ ਹੈ। ਗੁਰੂ ਪਰਮਾਤਮਾ ਫਿਰ ਉਹਦੀ ਬਾਹ ਫੜਦਾ ਹੈ। ਜਿਵੇਂ ਇੱਕ ਬਚਨ ਆਉਂਦਾ ਹੈ, ਜਾ ਕੋ ਮੁਸ਼ਕਲ ਹੱਥ ਬਣੈ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਖ ਪੇ ਭਜ ਖਲੇ, ਸਭੋ ਭਜੇ ਆਸਰਾ, ਚੂਕੈ ਸਭ ਅਸਰਾਓ, ਚਿਤ ਆਵੇ ਹੋਸ ਪਾਰ ਬ੍ਰਹਮ, ਲਗੈ ਨਾ ਤਤੀ ਵਾਓ। ਕਿਉਂਕਿ ਅਰਦਾਸ ਹੀ ਸਿੱਖ ਨੂੰ ਬਚਾਵੇਗੀ, ਅਰਦਾਸ ਹੀ ਸਿੱਖ ਦਾ ਪਾਰ ਉਤਾਰਾ ਕਰੇਗੀ। ਜਿੱਥੇ ਸਾਰੀਆਂ ਕੋਸ਼ਿਸ਼ਾਂ, ਸਾਰੇ ਹੀਲੇ ਵਸੀਲੇ ਖਤਮ ਹੁੰਦੇ ਹਨ, ਉੱਥੋਂ ਫਿਰ ਸਿੱਖ ਦੀ ਅਰਦਾਸ ਬਾਹ ਫੜ ਕੇ ਸਿੱਖ ਨੂੰ ਮੁਸੀਬਤ ਵਿੱਚੋਂ ਬਾਹਰ ਕੱਢਦੀ ਹੈ। ਤੇ ਖਾਲਸੇ ਨੇ ਫਿਰ ਅਰਦਾਸਾ ਸੋਧਿਆ ਹੈ ਪ੍ਰਮਾਤਮਾ ਗੁਰੂ ਦੇ ਚਰਨਾਂ ਦੇ ਵਿੱਚ। ਖਤਰੀ ਮਾਰੇ ਹੋਏ ਕਮ ਰਾਸ, ਖਤਰੀ ਮਾਰੇ ਹੋਏ ਕਮ ਰਾਸ। ਅਰਦਾਸਾ ਸੋਧਿਆ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਨੇ ਖਾਲਸੇ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਗਰੀਬ ਦੇ ਉੱਤੇ ਹੱਥ ਨਹੀਂ ਚੁੱਕਣਾ ਤੇ ਜ਼ੁਲਮ ਨੂੰ ਸਹਿਣਾ ਨਹੀਂ ਹੈ। ਖਾਲਸੇ ਦੀ ਆਨ ਸ਼ਾਨ ਵਿੱਚ ਇਸ ਜਸਪਤ ਰਾਏ ਖੱਤਰੀ ਨੇ ਬਚਨ ਬੋਲੇ ਹਨ, ਤੇ ਖਾਲਸੇ ਦੀ ਆਨ ਸ਼ਾਨ ਵਾਸਤੇ ਇਸ ਜਸਪਤ ਰਾਏ ਨੂੰ ਸੌਦਾ ਲਾਇਆ ਜਾ ਰਿਹਾ ਹੈ, ਜੋ ਕਿ ਇੱਕ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ।
ਇਹਨੇ ਖਾਲਸੇ ਨੂੰ ਮਾੜੇ ਬਚਨ ਬੋਲੇ ਤੇ ਅਸੀਂ ਇਸ ਪਾਪੀ ਦਾ ਹੰਕਾਰੀ ਪੁਰਸ਼ ਦਾ ਅੰਤ ਕਰਨ ਲੱਗੇ ਹਾਂ। ਕਿਰਪਾ ਕਰੀ ਵਿੱਚ ਸਹਾਈ ਹੋ ਕੇ ਕਾਰਜ ਰਾਸ ਕਰ ਦੇਣੇ। ਦੋਹਰਾ ਪਹਿਲੂ ਤਨ ਚੜਿਓ ਖਾਲਸੇ, ਸੋ ਲਿਓ ਖਾਲਸਾ ਲੂਟ। ਵਹ ਲੂਟਨ ਚੜਿਓ ਖਾਲਸੇ, ਸੋ ਲਿਓ ਖਾਲਸੇ ਲੂਟ। ਇਧਰ ਖਾਲਸੇ ਨੇ ਪੂਰੀਆਂ ਤਿਆਰੀਆਂ ਕਰ ਲਈਆਂ। ਖਾਲਸਾ ਐਮਨਾਬਾਦ ਦੀ ਧਰਤੀ ਤੇ ਡੇਰੇ ਲਾ ਕੇ ਬਹਿ ਗਿਆ ਕਿ ਹੁਣ ਜੋ ਮਰਜ਼ੀ ਹੋ ਜੇ, ਇੱਥੋਂ ਨਹੀਂ ਜਾਣਾ। ਤੇ ਉਧਰ ਜਸਪਤ ਰਾਏ ਪੂਰਾ ਆਪਣਾ ਲਸ਼ਕਰ ਲੈ ਕੇ, ਫੌਜਾਂ ਲੈ ਕੇ ਸਿੱਖਾਂ ਨੂੰ ਫੜਨ ਵਾਸਤੇ ਆ ਗਿਆ। ਤੇ ਖਾਲਸੇ ਨੇ ਅਰਦਾਸਾ ਸੋਧਿਆ ਹੈ ਤੇ ਅਰਦਾਸਾ ਸੋਧਿਆ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਜਸਪਤ ਰਾਏ ਸਿੱਖਾਂ ਨੂੰ ਲੁੱਟਣ ਵਾਸਤੇ ਆਇਆ ਸੀ, ਸਿੱਖਾਂ ਨੂੰ ਫੜਨ ਵਾਸਤੇ ਆਇਆ ਸੀ, ਸਿੱਖਾਂ ਨੂੰ ਮਾਰਨ ਵਾਸਤੇ ਆਇਆ ਸੀ, ਪਰ ਸਿੱਖਾਂ ਦੇ ਹੱਥੋਂ ਆਪ ਹੀ ਮਾਰਿਆ ਗਿਆ, ਆਪ ਹੀ ਲੁੱਟਿਆ ਗਿਆ। ਦੋਹਰਾ ਪਹਿਲੂ ਤਨ ਚੜਿਓ ਖਾਲਸੇ, ਸੋ ਲਿਓ ਖਾਲਸਾ ਲੂਟ। ਨਿਬਾਹੂ ਸਿੰਘ ਗੱਜ ਪੈ, ਚੜਿਓ ਮਾਰ ਤੇਰਾ ਦਿਓ ਸੂਟ। ਨਬਾਹੂ ਸਿੰਘ ਗੱਜ ਪੈ ਚੜਿਓ ਮਾਰ ਤੇਰਾ ਦਿਓ ਸੂਟ। ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਗਈਆਂ ਤਾਂ ਦੋਵਾਂ ਧਿਰਾਂ ਦੇ ਵਿੱਚ ਮੁਕਾਬਲਾ, ਲੜਾਈ ਸ਼ੁਰੂ ਹੋ ਗਈ, ਜੰਗ ਸ਼ੁਰੂ ਹੋਈ। ਤੇ ਜਸਪਤ ਰਾਏ ਹਾਥੀ ਤੇ ਸਵਾਰ ਹੈ ਤੇ ਸਿੱਖਾਂ ਦੇ ਵਿੱਚ ਇੱਕ ਸਿੱਖ ਦਾ ਨਾਮ ਹੈ ਭਾਈ ਨਬਾਹੂ ਸਿੰਘ, ਜਿਹੜਾ ਬੜਾ ਫਰਤੀਲਾ ਹੈ ਤੇ ਖਾਲਸੇ ਦੇ ਬਚਨਾਂ ਦੇ ਪਹਿਰਾ ਦਿੰਦਿਆਂ ਹੋਇਆ, ਕਿਉਂਕਿ ਖਾਲਸੇ ਨੇ ਗੁਰਮਤਾ ਕੀਤਾ ਸੀ ਕਿ ਫੌਜਦਾਰ ਨੂੰ ਮਾਰ ਦਿੱਤਾ, ਫੌਜ ਨੇ ਆਪਣੇ ਆਪ ਹੀ ਨੱਠ ਜਾਣਾ ਹੈ। ਇਸ ਕਰਕੇ ਫੌਜਦਾਰ ਨੂੰ ਹੀ ਮਾਰਨ ਦੀ ਜ਼ਿਆਦੀ ਕੋਸ਼ਿਸ਼ ਕਰਨੀ ਹੈ। ਤੇ ਭਾਈ ਨਬਾਹੂ ਸਿੰਘ ਜਿਹੜਾ ਬੜਾ ਫਰਤੀਲਾ ਸੀ, ਉਹਨੇ ਭੱਜ ਕੇ ਜਾ ਕੇ ਹਾਥੀ ਦੀ ਪੂਛ ਫੜੀ। ਜਿਸ ਹਾਥੀ ਦੇ ਉੱਤੇ ਜਸਪਤ ਰਾਏ ਬੈਠਾ ਹੋਇਆ ਸੀ ਤੇ ਪੂਛ ਨੂੰ ਹੱਥ ਪਾ ਕੇ ਭਾਈ ਨਬਾਹੂ ਸਿੰਘ ਹਾਥੀ ਤੇ ਚੜ ਗਿਆ ਤੇ ਬਾਹੂ ਸਿੰਘ ਗੱਜ ਪੈ ਚੜਿਓ। ਗੱਜ ਤੋਂ ਭਾਵ ਹਾਥੀ, ਹਾਥੀ ਤੇ ਜਾ ਚੜਿਆ। ਮਾਰ ਤੇਰਾ ਦੇ ਸੂਟ, ਸੂਟ ਤੋਂ ਭਾਵੇਂ ਤੇ ਸੁੱਟ ਦਿੱਤਾ। ਤੇ ਜਦੋਂ ਹਾਥੀ ਤੇ ਚੜ ਗਿਆ, ਜਸਪਤ ਰਾਏ ਨੂੰ ਮੌਕਾ ਹੀ ਨਹੀਂ ਦਿੱਤਾ ਕਿ ਆਪਾਂ ਮੁਕਾਬਲਾ ਕਰੀਏ। ਇੱਕੋ ਵਾਰ ਦੇ ਨਾਲ ਹੀ ਜਸਪਤ ਰਾਏ ਦਾ ਸਿਰ ਸੁੱਟ ਦਿੱਤਾ, ਵੱਢ ਕੇ ਥੱਲੇ ਸੁੱਟ ਦਿੱਤਾ। ਸੌਂਪਈ ਨਿਬਾਹੂ ਸਿੰਘ ਚੜ ਗੱਜ ਪੈ ਗਇਓ। ਨਿਬਾਹੂ ਸਿੰਘ ਚੜ ਗੱਜ ਪੈ ਗਇਓ। ਭਾਈ ਨਿਬਾਹੂ ਸਿੰਘ ਨੇ ਇਹ ਕਾਰਨਾਮਾ ਗੱਜ ਹਾਥੀ ਤੇ ਚੜ ਕੇ ਕੀਤਾ। ਸੀਸ ਕਾਟ ਸਭ ਜੇਵਰ ਲਇਓ। ਸੀਸ ਕਾਟ ਸਭ ਜੇਵਰ ਲਇਓ। ਤੇ ਜਸਪਤ ਰਾਏ ਨੂੰ ਜਦੋਂ ਮਾਰ ਦਿੱਤਾ ਤੇ ਜਿਸ ਹਾਥੀ ਦੇ ਉੱਤੇ ਜਸਪਤ ਰਾਏ ਬੈਠਾ ਹੋਇਆ ਸੀ, ਉਸ ਹਾਥੀ ਦੇ ਆਲੇ ਦੁਆਲੇ ਉਹਨੇ ਹੀਰੇ ਜਵਾਹਰਾਤ ਧਨ ਦੌਲਤ ਬੰਨੀ ਹੋਈ ਸੀ, ਕਿਉਂਕਿ ਉਹ ਮਾਮਲਾ ਉਗਰਾਉਂਦਾ ਹੋਇਆ, ਟੈਕਸ ਇਕੱਠਾ ਕਰਦਾ ਹੋਇਆ ਸਿੱਖਾਂ ਨਾਲ ਲੜਨ ਵਾਸਤੇ ਆਇਆ ਸੀ। ਤੇ ਜਿੰਨਾ ਵੀ ਉਹਨੇ ਧਨ ਦੌਲਤ ਜਾਂ ਟੈਕਸ ਇਕੱਠਾ ਕੀਤਾ ਹੋਇਆ ਸੀ, ਉਹਨੇ ਆਪਣੇ ਹਾਥੀ ਦੇ ਨਾਲ ਬੱਧਾ ਹੋਇਆ ਸੀ। ਤੇ ਜਦੋਂ ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਭਾਈ ਨਬਾਹੂ ਸਿੰਘ ਨੇ ਜਸਪਤ ਰਾਏ ਨੂੰ ਮਾਰ ਦਿੱਤਾ ਤੇ ਸੀਸ ਕਾਟ ਸਭ ਜੇਵਰ ਲਇਓ। ਜਿੰਨਾ ਕੁਝ ਹੈਗਾ ਸੀ ਉਸ ਹਾਥੀ ਨਾਲ ਬੱਧਾ ਹੋਇਆ, ਸਿੱਖਾਂ ਨੇ ਸਾਰੇ ਦਾ ਸਾਰਾ ਜ਼ਬਤ ਕਰ ਲਿਆ, ਆਪਣੇ ਅੰਡਰ ਕਰ ਲਿਆ। ਔਰ ਦਰਬ ਦੇ ਉੱਪਰੋਂ ਘੇਰ, ਔਰ ਦਰਬ ਦੇ ਉੱਪਰੋਂ ਘੇਰ, ਜਿੰਨਾ ਮਾਮਲਾ ਉਹਨੇ ਉਗਰਾਇਆ ਹੋਇਆ ਸੀ, ਸਾਰੇ ਦਾ ਸਾਰਾ ਸਿੱਖਾਂ ਨੇ ਆਪਣੇ ਕਾਬੂ ਕਰ ਲਿਆ। ਔਰ ਸਿੰਘ ਚੱਕ ਲੀਨੀ ਢੇਰ, ਔਰ ਸਿੰਘਣ ਚੱਕ ਲੀਨੀ ਢੇਰ, ਤੇ ਢੇਰਾਂ ਢੇਰ ਲੱਗ ਗਏ ਧਨ ਦੌਲਤ ਦੇ। ਤੇ ਜਿਹੜੀ ਫੌਜ ਸੀ ਉਹ ਵੀ ਨਖਸਮੀ ਹੋ ਕੇ ਭੱਜ ਗਈ। ਸਿੱਖਾਂ ਦੀ ਜਿੱਤ ਹੋਈ, ਗਿਣਤੀ ਘੱਟ ਸੀ, ਪਰ ਸਿੱਖਾਂ ਦੀ ਫੁਰਤੀ ਨੇ, ਸਿੱਖਾਂ ਦੇ ਪਲਾਨ ਨੇ, ਸਿੱਖਾਂ ਦੀ ਤਾਕਤ ਨੇ ਜਸਪਤ ਰਾਏ ਨੂੰ ਮਾਰ ਦਿੱਤਾ। ਫੌਜ ਹਾਰ ਗਈ ਤੇ ਜਾਂਦੀ ਹੋਈ ਫੌਜ ਰਸਤ ਪਾਣੀ ਵੀ ਛੱਡ ਗਈ, ਜਾਂਦੀ ਹੋਈ ਫੌਜ ਘੋੜੇ ਹਾਥੀ ਵੀ ਛੱਡ ਗਈ, ਜਾਂਦੀ ਹੋਈ ਫੌਜ ਸਿੱਖਾਂ ਨੂੰ ਮਾਲ ਧਨ ਵੀ ਛੱਡ ਗਈ। ਜਸਪਤ ਖੱਤਰੀ ਮਾਰ ਕੇ ਲਿਓ ਸਿੰਘਨ ਬਹੁ ਮਾਲ। ਜਸਪਤ ਖੱਤਰੀ ਮਾਰ ਕੇ ਲਿਓ ਸਿੰਘਨ ਬਹੁ ਮਾਲ।
ਜਸਪਤ ਖੱਤਰੀ ਨੂੰ ਮਾਰ ਕੇ ਸਿੱਖਾਂ ਨੇ ਬਹੁਤ ਸਾਰਾ ਮਾਲ ਪੱਤਾ ਹੱਥ ਲੱਗ ਗਿਆ। ਪੜਹੋਲ ਕਠੋਲੋ ਬਸੋਲੀ ਜੰਬੂ ਜਲੋਸੋ ਆਏ। ਪੜੋਲ ਕਠੋਲੋ ਬਸੋਲੀ ਜੰਬੂ ਜਲੋਸੋ ਆਏ। ਭਾਈ ਰਤਨ ਸਿੰਘ ਜੀ ਕਹਿੰਦੇ ਇੱਥੇ ਜਦੋਂ ਲੜਾਈ ਹੋਈ ਤੇ ਸਿੱਖਾਂ ਨੇ ਫਿਰ ਅਗਲਾ ਪੰਧ ਚੁਣਿਆ ਪੜੋਲ ਤੇ ਜੰਮੂ ਸ਼ਹਿਰ ਸਿਆਲਕੋਟਲਾ ਵਾਲਾ ਬੰਦਾ। ਇੱਧਰ ਨੂੰ ਸਿੱਖ ਨਿਕਲੇ ਹਨ, ਜਿਹੜਾ ਰਾਵੀ ਦੀ ਝਾਲ ਦੇ ਵੱਲ ਪੈਂਦਾ, ਜਿਹਨੂੰ ਗੁਰਦਾਸਪੁਰ ਦੀ ਛੰਭ ਕਿਹਾ ਜਾਂਦਾ ਹੈ। ਇੱਧਰਲੇ ਬੰਨੇ ਫਿਰ ਸਿੱਖਾਂ ਨੇ ਆਪਣਾ ਪੰਧ ਕਰ ਲਿਆ। ਕੱਲੂ ਘਾਰੋ ਅੱਧ ਵੱਡੋ ਭਇਓ ਆਥੋ ਵਾਹੇ। ਤੇ ਇਸ ਗੁਰਦਾਸਪੁਰ ਦੇ ਛੰਭਾਂ ਦੇ ਵਿੱਚ, ਜਿਹਨੂੰ ਕਾਹਨੂਵਾਲ ਦਾ ਛੰਭ ਵੀ ਕਿਹਾ ਜਾਂਦਾ ਹੈ, ਇਸ ਛੰਭ ਦੇ ਵਿੱਚ ਫਿਰ ਸਿੱਖਾਂ ਦੇ ਨਾਲ ਘੱਲੂ ਘਾਰਾ ਵਾਪਰਿਆ ਹੈ, ਜਿਹਨੂੰ ਪਹਿਲਾ ਘੱਲੂ ਘਾਰਾ ਕਿਹਾ ਜਾਂਦਾ ਹੈ ਤੇ ਜਿਹਨੂੰ ਛੋਟਾ ਘੱਲੂ ਘਾਰਾ ਵੀ ਕਿਹਾ ਜਾਂਦਾ ਹੈ। ਕਿਉਂਕਿ ਵੈਸੇ ਸਿੱਖਾਂ ਦੇ ਨਾਲ 3 ਘੱਲੂ ਘਾਰੇ ਵਾਪਰੇ ਹਨ। ਅੱਗੇ ਵੀ ਕਈ ਵਾਰੀ ਆਪ ਜੀ ਨੂੰ ਬੇਨਤੀ ਕਰ ਚੁੱਕਿਆ ਹਾਂ। ਪਹਿਲਾ ਘੱਲੂ ਘਾਰਾ 1746 ਈਸਵੀ ਦੇ ਵਿੱਚ ਕਾਹਨੂਵਾਲ ਦੇ ਛੰਭ ਦੇ ਵਿੱਚ ਜਿਹੜਾ ਪ੍ਰਸੰਗ ਭਾਈ ਰਤਨ ਸਿੰਘ ਜੀ ਸ਼ੁਰੂ ਕੀਤਾ ਹੋਇਆ ਹੈ। ਦੂਸਰਾ ਘੱਲੂ ਘਾਰਾ 1762 ਵਿੱਚ ਮਲੇਰਕੋਟਲੇ ਦੇ ਭੋਗ ਮੈਦਾਨ ਦੇ ਵਿੱਚ। ਤੀਸਰਾ ਘੱਲੂ ਘਾਰਾ 1984 ਦਾ, ਜੋ ਕਿ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਾਪਰਿਆ ਹੈ। ਇਹ 3 ਘੱਲੂ ਘਾਰੇ ਖਾਸ ਕਰਕੇ ਸਿੱਖਾਂ ਨਾਲ ਵਾਪਰੇ ਹਨ। ਤੇ ਇਹ ਜਿਹੜੇ ਘੱਲੂ ਘਾਰੇ ਉਹਨਾਂ ਕੌਮਾਂ ਨਾਲ ਹੀ ਵਾਪਰਦੇ ਹਨ ਜਿਹੜੀਆਂ ਕੌਮਾਂ ਜਿੰਦੀਆਂ ਹਨ। ਜਿਹੜੀਆਂ ਕੌਮਾਂ ਮਰ ਜਾਂਦੀਆਂ ਹਨ, ਸਮੇਂ ਨਾਲ ਸਮਝੌਤਾ ਕਰ ਲੈਂਦੀਆਂ ਹਨ, ਜਿਨ੍ਹਾਂ ਦੀ ਜ਼ਮੀਰ ਮਰ ਜਾਂਦੀ ਹੈ, ਉਹਨਾਂ ਉੱਤੇ ਕਦੀ ਘੱਲੂ ਘਾਰੇ ਨਹੀਂ ਵਾਪਰੇ ਤੇ ਨਾ ਹੀ ਵਾਪਰਨਗੇ। ਹਮੇਸ਼ਾ ਘੱਲੂ ਘਾਰੇ ਉਹਨਾਂ ਤੇ ਵਾਪਰੇ ਆਏ ਹਨ ਜਿਹੜੇ ਜ਼ਮੀਨਾਂ ਜਾਗਦੇ ਵਾਲੇ ਹਨ, ਸੱਚ ਦੇ ਖਿਲਾਫ ਸੱਚ ਤੇ ਪਹਿਰਾ ਦੇਣ ਵਾਲੇ ਹਨ, ਝੂਠ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਹਨ। ਉਹਨਾਂ ਨਾਲ ਵਾਪਰਦੇ ਆਏ ਹਨ, ਵਾਪਰਦੇ ਰਹਿਣਗੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਵਾਪਰਨਗੇ। ਕਿਉਂਕਿ ਇਹ ਜਾਗਦੀਆਂ ਜ਼ਮੀਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਕੌਮਾਂ ਦੀਆਂ। ਤੇ ਖਾਸ ਕਰਕੇ ਘੱਲੂ ਘਾਰੇ ਦਾ ਵੈਸੇ ਅਰਥ ਹੁੰਦਾ ਹੈ ਸਰਵਨਾਸ਼। ਕਿਸੇ ਕੌਮ ਦਾ ਸਰਵਨਾਸ਼ ਕਰ ਦੇਣਾ, ਉਹਦਾ ਪੂਰਾ ਖੁਸ਼ ਮਿਟਾ ਦੇਣਾ। ਤੇ ਸਿੱਖਾਂ ਦੇ ਉੱਤੇ ਇਹ ਪਹਿਲਾ ਘੱਲੂ ਘਾਰਾ ਵਾਪਰਿਆ ਹੈ ਕਾਹਨੂਵਾਲ ਦੇ ਛੰਭਾਂ ਦੇ ਵਿੱਚ। ਜਿਸ ਦਿਨ ਜਸਪਤ ਮਾਰ ਸੋ ਲਇਓ, ਜਿਸ ਦਿਨ ਜਸਪਤ ਮਾਰ ਸੋ ਲਇਓ, ਕਿਉਂਕਿ ਆ ਕਾਰਨ ਹੈ ਜਸਪਤ ਰਾਏ ਦੀ ਮੌਤ ਦਾ। ਜਿਹੜਾ ਸਿੱਖਾਂ ਦੇ ਉੱਤੇ ਘੱਲੂ ਘਾਰਾ ਵਾਪਰਿਆ, ਇਹ ਜਿਹੜਾ ਬਹੁਤ ਵੱਡਾ ਕਾਰਨ ਹੈ। ਜਾਂ ਜਿਸ ਦਿਨ ਜਸਪਤ ਮਾਰ ਸੋ ਲਇਓ, ਜਿਸ ਦਿਨ ਸਿੱਖਾਂ ਨੇ ਜਸਪਤ ਰਾਏ ਨੂੰ ਮਾਰ ਲਿਆ। ਸਿੰਘਨ ਟੂਟ ਗਰਦ ਗਇਓ, ਸਿੰਘਨ ਟੂਟ ਦਰਿਦਰ ਗਇਓ। ਤੇ ਉਸ ਦਿਨ ਸਿੰਘਾਂ ਦਾ ਸਾਰਾ ਦਰਿਦਰ ਉਹ ਦੂਰ ਹੋ ਗਿਆ। ਐਮਨਾਬਾਦ ਵੀ ਸ਼ਹਿਰ ਟੂਟਾ, ਐਮਨਾਬਾਦ ਵੀ ਸ਼ਹਿਰ ਸੋ ਟੂਟਾ। ਕਿਉਂਕਿ ਸਿੱਖਾਂ ਨੂੰ ਐਮਨਾਬਾਦ ਦੀ ਧਰਤੀ ਦੇ ਉੱਤੇ ਬਹੁਤ ਸਾਰਾ ਮਾਲ ਧਨ ਹੱਥ ਲੱਗਾ ਹੈ। ਮੈਦਾਨੇ ਜੰਗ ਵਿੱਚ ਵੀ ਤੇ ਸਿੱਖਾਂ ਨੇ ਐਮਨਾਬਾਦ ਸ਼ਹਿਰ ਉੱਤੇ ਹਮਲਾ ਕਰਕੇ ਖਾਸ ਕਰਕੇ ਜਸਪਤ ਰਾਏ ਅਤੇ ਲਖਪਤ ਰਾਏ ਦੀ ਹਵੇਲੀ ਦੇ ਵਿੱਚੋਂ ਬੇਅੰਤ ਧਨ ਦੌਲਤ ਅਸਲਾ ਬਰੂਦ ਪ੍ਰਸ਼ਾਦਾ ਪਾਣੀ ਤੇ ਰਸਤ ਪਾਣੀ ਇਕੱਠਾ ਕੀਤਾ ਹੈ। ਓਪੀ ਖਾਲਸਾ ਅੰਚੋ ਲੁੱਟਾ, ਓਪੀ ਖਾਲਸੋ ਅੱਛੋ ਲੁੱਟੋ। ਉਹ ਵੀ ਸਿੱਖਾਂ ਨੇ ਚੰਗੀ ਤਰ੍ਹਾਂ ਲੁੱਟਿਆ। ਮਹਿਲ ਮਾੜੀਆਂ ਜਿਹੜੀਆਂ ਖਾਸ ਕਰਕੇ ਵੱਡੇ ਵੱਡੇ ਲੋਕਾਂ ਦੀਆਂ ਸਨ, ਜਿਹੜੇ ਸਿੱਖਾਂ ਦੇ ਵੈਰੀ ਸਨ, ਉਹਨਾਂ ਨੂੰ ਖਾਲਸੇ ਨੇ ਚੰਗੀ ਤਰ੍ਹਾਂ ਲੁੱਟਿਆ ਹੈ। ਬਹੁਤ ਖਜ਼ਾਨਾ ਥਾ ਪਾਤਿਸ ਖਾਸ, ਬਹੁਤ ਖਜ਼ਾਨਾ ਥਾ ਤਿਸ ਸਾਥ। ਬੜਾ ਭਾਰੀ ਖਜ਼ਾਨਾ ਐਮਨਾਬਾਦ ਦੀ ਧਰਤੀ ਤੇ ਲੋਕਾਂ ਨੇ ਸਾਂਭਿਆ ਹੋਇਆ ਸੀ, ਜਿਹੜਾ ਸਿੱਖਾਂ ਨੇ ਆਪਣੇ ਵਸ ਵਿੱਚ ਕਰ ਲਿਆ। ਲਾਗੇ ਉਹ ਭੁੱਖੇ ਸਿੰਘਨ ਹਾਥ, ਲਾਗੇ ਉਹ ਭੁੱਖੇ ਸਿੰਘਨ ਹਾਥ। ਕਿਉਂਕਿ ਸਿੱਖ ਭੁੱਖ ਦੇ ਸਤਾਏ ਹੋਏ ਸਨ।
ਭੁੱਖ ਨੂੰ ਹੰਢਾਇਆ ਹੋਇਆ ਸੀ ਤੇ ਭੁੱਖ ਦਾ ਕਰਕੇ ਜਿਹੜੇ ਸਿੱਖ ਬੜਾ ਦੁੱਖ ਸਹਾਰ ਰਹੇ ਸਨ। ਭੁੱਖੇ ਸਨ ਸਿੱਖ, ਪਰ ਜਦੋਂ ਸਾਰਾ ਕੁਝ ਮਿਲ ਗਿਆ, ਰਸਤਾਂ ਬਸਤਾਂ ਮਿਲ ਗਈਆਂ, ਧਨ ਦੌਲਤ ਮਿਲ ਗਿਆ, ਰਾਸ਼ਨ ਪਾਣੀ ਮਿਲ ਗਿਆ, ਚੰਗੇ ਵਧੀਆ ਘੋੜੇ ਮਿਲ ਗਏ, ਅਸਲਾ ਬਰੂਦ ਮਿਲ ਗਿਆ ਤੇ ਸਿੱਖਾਂ ਦਾ ਸਾਰੇ ਦਾ ਸਾਰਾ ਦਲਿੱਦਰ ਦੂਰ ਹੋ ਗਿਆ। तो फिर राजन राजा जापै ਤਾਂ ਫਿਰ ਰਾਜਨ ਰਾਜਾ ਜਾਪੇ। ਜਦੋਂ ਸਿੱਖਾਂ ਨੇ ਇਹਨਾਂ ਮਹਿਲ ਮਾੜੀਆਂ ਨੂੰ ਲੁੱਟਿਆ, ਅੰਦਰੋਂ ਚੰਗੇ ਰੇਸ਼ਮੀ ਕੱਪੜੇ, ਘੋੜੇ, ਕੰਠੇ, ਗਮਾਲਾ, ਜਵਾਹਰਾਤ ਸਾਰਾ ਕੁਝ ਮਿਲਿਆ ਤੇ ਸਿੱਖਾਂ ਦੇ ਤਨ ਉੱਤੇ ਪਾਏ ਹੋਏ ਰੇਸ਼ਮੀ ਜਦੋਂ ਕੱਪੜੇ, ਤਾਂ ਸਿੱਖ ਜਿਹੜੇ ਰਾਜੇ ਜਾਪਦੇ ਸਨ। जिसे भूपत नाहे सोइया पै ਜਿਸੈ ਭੂਪਤ ਨਾਹੇ ਸਜਾਪੇ, ਸਿੱਖ ਰਾਜੇ ਜਾਪਦੇ ਸਨ। ਭੂਪਤ ਤੋਂ ਭਾਵ ਕਿ ਰਾਜੇ ਜਾਪਦੇ ਸਨ, ਪਛਾਣੇ ਨਹੀਂ ਸਨ ਜਾਂਦੇ ਕਿ ਇਹ ਉਹ ਸਿੱਖ ਹਨ ਜਿਹੜੇ ਜੰਗਲਾਂ ਦੇ ਵਿੱਚ ਭੁੱਖੇ ਦਿਨ ਰਾਤ ਦੁੱਖ ਸਹਾਰਦੇ ਸਨ। दोहरा यही बात लखपत सुनी टिक नवाब दी पग भार ਜਹੀ ਬਾਤ ਲਖਪਤ ਸੁਣੀ, ਟਿਗ ਨਵਾਬ ਦਈ ਪਗ ਡਾਰ। ਜਸਪਤ ਰਾਏ, ਜਿਹਨੂੰ ਸਿੱਖਾਂ ਨੇ ਜੱਸੂ ਕਿਹਾ ਹੋਇਆ ਹੈ, ਤੇ ਲਖਪਤ ਰਾਏ ਜਿਹਦਾ ਨਾਮ ਸਿੱਖਾਂ ਨੇ ਲੱਖੂ ਰੱਖਿਆ ਹੋਇਆ ਹੈ। ਜਸਪਤ ਰਾਏ ਦੀ ਮੌਤ ਹੋਈ ਤੇ ਇਧਰ ਲਖਪਤ ਰਾਏ ਲਾਹੌਰ ਦੇ ਨਵਾਬ ਦਾ ਵਜ਼ੀਰ ਹੈ, ਦੀਵਾਨ ਹੈ। ਤੇ ਜਸਪਤ ਰਾਏ ਨੂੰ ਆਪਣੇ ਭਰਾ ਦੀ ਮੌਤ ਦੀ ਖਬਰ ਮਿਲੀ ਤੇ ਨਾਲ ਇਹ ਖਬਰ ਮਿਲੀ ਕਿ ਸਾਰਾ ਐਬਨਾਬਾਦ ਲੁੱਟ ਲਿਆ ਸਿੱਖਾਂ ਨੇ। ਤੇਰੀ ਹਵੇਲੀ ਨੂੰ ਜਿਹੜਾ ਲੁੱਟ ਲਿਆ ਹੈ, ਤੇਰੀ ਹਵੇਲੀ ਨੂੰ ਖਾਲੀ ਕਰਕੇ ਰੱਖ ਦਿੱਤਾ ਹੈ। ਤੇ ਖਬਰ ਸੁਣਦਿਆਂ ਸਾਰ ਇਹ ਜਿਹੜਾ ਸੜ ਬਲ ਗਿਆ ਕਿ ਸਿੱਖਾਂ ਨੇ ਇਹ ਕੀ ਕਰ ਦਿੱਤਾ, ਤੇ ਜਾ ਕੇ ਨਵਾਬ ਨੂੰ ਅੱਗੇ ਪੁੱਟਿਆ ਹੈ। ਕਹਿਣ ਲੱਗਾ, ਜਹੀਆ ਖਾਨ ਨਵਾਬ ਜੀ, ਮੈਂ ਤੁਹਾਡਾ ਦੀਵਾਨ ਹਾਂ ਤੇ ਸਿੱਖਾਂ ਨੇ ਵੇਖੋ ਕੀ ਕਰ ਦਿੱਤਾ ਹੈ। ਪਹਿਲਾਂ ਤੁਹਾਡੇ ਪਿਓ ਨੂੰ ਮਾਰਿਆ ਸਿੱਖਾਂ ਨੇ ਤੇ ਹੁਣ ਮੇਰੇ ਭਰਾ ਨੂੰ ਮਾਰ ਦਿੱਤਾ ਹੈ। ਤੁਹਾਨੂੰ ਤੇ ਭਾਵੇਂ ਆਪਣੇ ਪਿਓ ਦੀ ਮੌਤ ਦਾ ਦੁੱਖ ਨਹੀਂ, ਪਰ ਮੈਨੂੰ ਆਪਣੇ ਭਰਾ ਦੀ ਮੌਤ ਦਾ ਬੜਾ ਦੁੱਖ ਹੈ। ਕਹਿਣ ਲੱਗਾ, ਢਿੱਗ ਨਵਾਬ ਦੀ ਪੱਗ ਉਡਾਰ, ਆਪਣੀ ਪੱਗ ਨੂੰ ਸਿਰ ਤੋਂ ਲਾਇਆ ਹੈ ਤੇ ਨਵਾਬ ਦੇ ਅੱਗੇ ਰੱਖ ਕੇ ਕਹਿਣ ਲੱਗਾ, ਨਵਾਬ ਜੀ, ਤੁਹਾਨੂੰ ਭਾਵੇਂ ਨਹੀਂ ਦੁੱਖ ਆਪਣੇ ਪਿਓ ਦੀ ਦਾ ਮੌਤ ਦਾ, ਪਰ ਮੈਨੂੰ ਆਪਣੇ ਭਰਾ ਦੀ ਦੁੱਖ ਦਾ ਬੜਾ ਡਰ, ਬੜਾ ਜਿਹੜਾ ਫਿਕਰ ਹੈ, ਬੜਾ ਦੁੱਖ ਹੈ। ਤੇ ਮੈਂ ਪੱਗ ਉਤਾਰ ਕੇ ਪ੍ਰਣ ਕਰਦਾ ਹਾਂ ਕਿ ਜਿੰਨਾ ਚਿਰ ਤੱਕ ਇਹਨਾਂ ਸਿੱਖਾਂ ਦਾ ਸਰਵਨਾਸ਼ ਨਹੀਂ ਮੈਂ ਕਰਕੇ ਰੱਖ ਦਵਾਂਗਾ, ਇਹਨਾਂ ਸਿੱਖਾਂ ਨੂੰ ਮਾਰ ਨਹੀਂ ਦਵਾਂਗਾ, ਉਹਨਾਂ ਚਿਰ ਤੱਕ ਮੈਂ ਆਪਣੇ ਸਿਰ ਦੇ ਉੱਤੇ ਪੱਗ ਨਹੀਂ ਰੱਖਾਂਗਾ। तेरे आन में बंदे हो सिंगल को पथगार ਫੇਰ ਆਣ ਮੈਂ ਬੰਦੋ ਗੋ ਸਿੰਘਨ ਕੋ ਪੰਥਗਾਰ। ਕਹਿੰਦਾ ਇਹ ਪੱਗ ਮੈਂ ਉਦੋਂ ਆ ਕੇ ਸਿਰ ਤੇ ਬੰਨਾਂਗਾ ਜਿਸ ਦਿਨ ਮੈਂ ਹੁਣ ਸਿੱਖਾਂ ਦਾ ਪੰਥ, ਸਿੱਖਾਂ ਨੂੰ ਖਤਮ ਕਰਕੇ ਰੱਖ ਦਵਾਂਗਾ। ਕੋਈ ਵੀ ਸਿੱਖ ਜਿਹੜਾ ਮੈਂ ਦੁਨੀਆ ਦੇ ਉੱਤੇ ਰਹਿਣ ਨਹੀਂ ਦਵਾਂਗਾ, ਉਸ ਦਿਨ ਆ ਕੇ ਮੈਂ ਇਹ ਜਿਹੜੀ ਪੱਗ ਸਿਰ ਤੇ ਰੱਖਾਂਗਾ। चौपई यह प्रतिज्ञा खतरी करी ਜੈ ਪਰ ਤੱਗਿਆ ਖੱਤਰੀ ਕਰੀ। ਲਖਪਤ ਰਾਏ ਕਹਿੰਦਾ, ਨਵਾਬ ਜੀ, ਮੈਂ ਇੱਕ ਖੱਤਰੀ ਹਾਂ, ਪ੍ਰਤੱਗਿਆ ਕਰਦਾ ਹਾਂ ਕਿ ਮੈਂ ਸਿੱਖਾਂ ਨੂੰ ਮਾਰ ਕੇ ਹੀ ਪੱਗ ਸਿਰ ਤੇ ਰੱਖਾਂਗਾ। मारो सिंह चढ़ इत ही करी ਮਾਰੋ ਸਿੰਘ ਚੜ ਇਤ ਹੀ ਘਰੀ। ਤੇ ਕਹਿੰਦਾ, ਇਸੇ ਘੜੀ ਹੁਣੇ ਮੈਂ ਤਿਆਰੀ ਕਰਕੇ ਸਿੱਖਾਂ ਦੀ ਭਾਲ ਕਰ ਕਰਕੇ ਉਹਨਾਂ ਨੂੰ ਮਾਰ ਦਵਾਂਗਾ, ਖਤਮ ਕਰਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲਵਾਂਗਾ। ऐस बचन सो नवाब उचारा ਐਸ ਬਚਨ ਸੁਨ ਨਵਾਬ ਉਚਾਰਾ। ਜਦੋਂ ਜਹੀਆ ਖਾਨ ਨੇ ਸੁਣਿਆ ਲਖਪਤ ਰਾਏ ਤੋਂ, ਤੇ ਜਹੀਆ ਖਾਨ ਇੱਕ ਬੰਨਿਓ ਖੁਸ਼ ਵੀ ਬੜਾ ਹੋਇਆ ਤੇ ਦੁੱਖ ਵੀ ਬੜਾ ਹੋਇਆ ਕਿ ਇਹਦਾ ਭਰਾ ਮਾਰਿਆ ਹੈ। ਤੇ ਖੁਸ਼ ਇਸ ਕਰਕੇ ਹੋਇਆ ਹੈ ਕਿ ਇਹਨੇ ਹੁਣ ਆਪਣੇ ਆਪ ਪ੍ਰਣ ਕਰ ਲਿਆ ਹੈ ਤੇ ਇਹ ਆਪਸ ਵਿੱਚ ਆਪੇ ਹੀ ਲੜ ਕੇ ਮਰ ਜਾਣਗੇ, ਸਾਡਾ ਰਾਹ ਸੁਖਾਲਾ ਹੋ ਜਾਵੇਗਾ। ਕਿਉਂਕਿ ਰਾਜਨੀਤੀ ਬੰਦਾ ਜਿਹੜਾ ਹੁੰਦਾ ਹੈ ਉਹ ਮੌਕੇ ਦੀ ਤਾੜ ਵਿੱਚ ਰਹਿੰਦਾ ਹੈ। ਕਦੋਂ ਮੌਕਾ ਮਿਲੇ ਤਾਂ ਮੈਂ ਕਿਸੇ ਦੀ ਮੋਢੇ ਤੇ ਰੱਖ ਕੇ ਚਲਾ ਕੇ ਆਪਣਾ ਫਾਇਦਾ ਲਵਾਂ, ਕਿਉਂਕਿ ਰਾਜਨੀਤੀ ਬੰਦਾ ਕਦੀ ਆਪਣੇ ਬਲ ਬੁੱਧੇ ਦੇ ਉੱਤੇ ਆਪਣੇ ਮੋਢੇ ਤੇ ਰੱਖ ਕੇ ਨਹੀਂ ਚਲਾਵੇਗਾ। ਰਾਜਨੀਤੀ ਬੰਦਾ ਹਮੇਸ਼ਾ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਵੇਗਾ। ਤੇ ਨਵਾਬ ਕਹਿਣ ਲੱਗਾ ਨਵਾਬ ਕਿ ਲਖਪਤ ਰਾਏ,
तेरे भरा नूं तेरे सिखां तुहाडे सिखां ने मारिया है ते तू एक काम कर, मेरी गल ध्यान दे नाल सुन ले। खर्चो दरब लै मेरा सारा, खर्चो दरब लै मेरा सारा। कहंदा लखपत राए तू प्रण कीता है कि सिखां नूं मैं मार देवांगा, खत्म कर देवांगा, पर मैं भी तेनू बचन दिना हाँ कि जिन्ना भी खर्चा होवेगा, जिन्नी भी फौज लगेगी, जिन्ना असला बरूद लगेगा, वो सारे दा सारा खर्चा मैं देवांगा। ਉਹਦੇ ਬਾਰੇ ਤੈਨੂੰ ਜਿਹੜਾ ਫਿਕਰ ਕਰਨ ਦੀ ਲੋੜ ਕੋਈ ਨਹੀਂ। ਤੂੰ ਬਸ ਆਪਣੇ ਪ੍ਰਾਣ ਨੂੰ ਨਿਭਾ, ਤੂੰ ਸਿੱਖਾਂ ਦਾ ਸਰਵਨਾਸ਼ ਕਰ ਤੇ ਬਾਕੀ ਜਿੰਨਾ ਖਰਚਾ ਹੋਵੇਗਾ ਉਹ ਸਾਰੇ ਦਾ ਸਾਰਾ ਮੈਂ ਹੀ ਦਵਾਂਗਾ। ਜੈ ਪੰਥ ਫਜ਼ੂਲ ਫਜ਼ੂਲੀਏ ਖੱਤਰੀ ਜਾਤ ਸ਼ੌਕੀਨ, ਜੈ ਪੰਥ ਫਜ਼ੂਲ ਫਜ਼ੂਲੀਏ ਖੱਤਰੀ ਜਾਟ ਸ਼ੌਕੀਨ। ਲਖਪਤ ਰਾਏ ਕਹਿੰਦਾ ਨਵਾਬ ਜੀ ਜੇ ਤੁਸੀਂ ਸਾਰਾ ਖਰਚਾ ਪਾਣੀ ਕਰ ਚੁੱਕਣ ਵਾਸਤੇ ਤਿਆਰ ਜੇ, ਸਾਰੀ ਫੌਜ ਦੇਣ ਵਾਸਤੇ ਰਾਜ ਜੇ, ਤਾਂ ਫਿਰ ਮੈਂ ਜਿਹੜਾ ਵਾ 2-3 ਦਿਨਾਂ ਦੇ ਵਿੱਚ ਸਿੱਖਾਂ ਦਾ ਸਰਵਨਾਸ਼ ਕਰ ਦੇਵਾਂਗਾ। 2-3 ਦਿਨਾਂ ਦੇ ਵਿੱਚ ਸਿੱਖਾਂ ਨੂੰ ਮਾਰ ਦੇਵਾਂਗਾ, ਕਿਉਂਕਿ ਹੁਣ ਅਜਿਹੀ ਕੋਈ ਜਗ੍ਹਾ ਨਹੀਂ ਛੱਡਾਂਗਾ ਜਿੱਥੇ ਸਿੱਖਾਂ ਦਾ ਠਾਠ ਟਿਕਾਣਾ ਨਾ ਹੋਵੇ। ਸਾਰਿਆਂ ਨੂੰ ਲੱਭ ਲੱਭ ਕੇ ਮਾਰਾਂਗਾ, ਕਿਉਂਕਿ ਇਹ ਫਜ਼ੂਲ ਜਿਹਾ ਪੰਥ ਹੈ, ਇਹਨਾਂ ਦਾ ਨਿੱਕਾ ਜਿਹਾ ਪੰਥ ਹੈ, ਥੋੜੇ ਜਿਹੇ ਲੋਕ ਹਨ ਤੇ ਇਹਨਾਂ ਦੇ ਜਿਹੜਾ ਗੁਰੂ ਨਾਨਕ ਨੇ ਪੰਥ ਚਲਾਇਆ ਹੈ, ਖੱਤਰੀ ਜਾਤ ਦਾ ਗੁਰੂ ਨਾਨਕ ਉਹਨਾਂ ਦਾ ਪੰਥ ਚਲਾਇਆ, ਉਹ ਮੈਂ ਨਾਸ਼ ਕਰ ਦਵਾਂਗਾ। ਮੈਂ ਅਬ ਖੱਤਰੀ ਤੋਂ ਰਹਾ ਪੰਥਰ ਲਾਭੋ ਦੀਨ, ਮੈਂ ਅਬ ਖੱਤਰੀ ਤੋਂ ਰਹਾ ਪੰਥਰ ਲਾਭੋ ਦੀਨ। ਕਹਿੰਦਾ ਮੈਂ ਵੀ ਖੱਤਰੀ ਹਾਂ ਤੇ ਇਸ ਪੰਥ ਨੂੰ ਚਲਾਉਣ ਵਾਲਾ ਵੀ ਇੱਕ ਖੱਤਰੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੁਨਿਆਵੀ ਤੌਰ ਤੇ ਖੱਤਰੀ ਪਰਿਵਾਰ ਵਿੱਚੋਂ ਹਨ। ਲਖਪਤ ਰਾਏ ਵੀ ਖੱਤਰੀ ਪਰਿਵਾਰ ਵਿੱਚੋਂ ਹੈ, ਪਰ ਜੇ ਬਾਣੀ ਨੂੰ ਪੜ੍ਹਿਆ ਜਾਵੇ ਤੇ ਬਾਣੀ ਦੇ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੋਈ ਜੋਤ ਨਹੀਂ, ਕਿਉਂਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਤੇ ਪ੍ਰਮਾਤਮਾ ਦੀ ਕੋਈ ਜਾਤ ਨਹੀਂ, ਗੁਰੂ ਦੀ ਕੋਈ ਜਾਤ ਨਹੀਂ ਹੈ। ਇਹ ਜਾਤਾਂ ਪਾਤਾਂ ਵੀ ਗੁਰੂ ਦੇ ਨਾਲ ਆਪਾਂ ਹੀ ਲਾਈਆਂ ਹੋਈਆਂ। ਗੁਰੂ ਨਾਨਕ ਖੱਤਰੀ, ਗੁਰੂ ਅੰਗਦ ਪਾਤਸ਼ਾਹ ਤਰੇਣ, ਗੁਰੂ ਅਮਰਦਾਸ ਪਾਤਸ਼ਾਹ ਭੱਲਾ ਤੇ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਪਰਿਵਾਰ, ਇਹ ਜਾਤਾਂ ਆਪਾਂ ਲਾਈਆਂ ਹੋਈਆਂ ਹਨ, ਪਰ ਗੁਰੂ ਦੀ ਕੋਈ ਜਾਤ ਨਹੀਂ ਹੈ। ਸਗੋਂ ਗੁਰੂ ਨੇ ਤਾਂ ਬਾਣੀ ਵਿੱਚ ਇੱਥੋਂ ਤੱਕ ਕਿਹਾ ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਏ। ਸਤਿਗੁਰੂ ਕਹਿੰਦੇ ਜਾਤ ਦਾ ਗਰਭ ਨਾ ਕਰਿਓ, ਕਿਉਂਕਿ ਜਿਹੜਾ ਉਸ ਬ੍ਰਹਮ ਪ੍ਰਮਾਤਮਾ ਨੂੰ ਬਿੰਦੇਗਾ, ਪ੍ਰਮਾਤਮਾ ਦੀ ਪਛਾਣ ਕਰੇਗਾ, ਉਹ ਸਭ ਤੋਂ ਵੱਡਾ ਬ੍ਰਾਹਮਣ ਹੈ। ਇਥੋਂ ਤੱਕ ਸਤਿਗੁਰੂ ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆ ਇੱਕਾ ਛਾਉ। ਸਤਿਗੁਰੂ ਕਹਿੰਦੇ ਜਾਤ ਪਾਤ ਨੂੰ ਮੰਨਣ ਵਾਲੇ ਦਾ ਜਨਮ ਵਿਅਰਥ ਹੈ, ਜਿਹੜਾ ਜਾਤ ਪਾਤ ਦੇ ਚੱਕਰਾਂ 'ਚ ਪੈਂਦਾ ਹੈ, ਕਿਉਂਕਿ ਬਾਣੀ ਤੇ ਸਾਨੂੰ ਉਪਦੇਸ਼ ਦਿੰਦੀ ਹੈ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚੰਨ ਹੋਏ। ਜਿਹਨੂੰ ਭਗਤ ਕਬੀਰ ਜੀ ਕਹਿੰਦੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਿਹੜਾ ਭਲਾ ਤੇ ਕਿਹੜਾ ਮੰਦਾ ਹੈ, ਇਹਦੇ ਪ੍ਰਮਾਤਮਾ ਦਾ ਹੀ ਜਿਹੜਾ ਸਾਰਾ ਸਰੂਪ ਹੈ, ਪ੍ਰਮਾਤਮਾ ਦੀ ਸਾਰੀ ਕੁਦਰਤ ਹੈ। ਤੇ ਲਖਪਤ ਰਾਏ ਕਹਿੰਦਾ ਹੈ ਕਿ ਮੈਂ ਅਬ ਖੱਤਰੀ ਤੌ ਰਹਾ ਪੰਥਰ ਲਾਵੋ ਦੀਨ। ਕਹਿੰਦਾ ਮੈਂ ਆਪਣੇ ਆਪ ਨੂੰ ਖੱਤਰੀ ਤਾਂ ਕਹਾਵਾਂਗਾ ਜੇ ਇਸ ਖੱਤਰੀ ਗੁਰੂ ਨਾਨਕ ਵੱਲੋਂ ਚਲਾਏ ਹੋਏ ਪੰਥ ਨੂੰ ਮੈਂ ਮਿੱਟੀ ਦੇ ਵਿੱਚ ਲਾ ਕੇ ਰੱਖ ਦਵਾਂ, ਮੈਂ ਮਿੱਟੀ ਦੇ ਵਿੱਚ ਲਾ ਦਵਾਂਗਾ ਤੇ ਆਪਣੇ ਆਪ ਨੂੰ ਖੱਤਰੀ ਕਹਾਵਾਂਗਾ, ਕਿਉਂਕਿ ਇਹ ਪੰਥ ਇੱਕ ਖੱਤਰੀ ਨੇ ਬਣਾਇਆ ਹੈ ਤੇ ਮੈਂ ਵੀ ਇੱਕ ਖੱਤਰੀ ਹਾਂ। ਪ੍ਰਤੱਗਿਆ ਕਰਦਾ ਪ੍ਰਣ ਕਰਦਾ ਹਾਂ ਕਿ ਗੁਰੂ ਨਾਨਕ ਖੱਤਰੀ ਦੇ ਵੱਲੋਂ ਚਲਾਏ ਹੋਏ ਪੰਥ ਨੂੰ ਮੈਂ ਮਲੀਆ ਮੇਟ ਕਰ ਦਵਾਂਗਾ। ਚੌਪਈ ਹੈ ਉਸ ਢਾਂਗੇ ਖੱਤਰੀ ਕਯੋ, ਜੈ ਉਸ ਢਾਂਗੇ ਖੱਤਰੀ ਕਯੋ, ਕਿਉਂਕਿ ਆਹ ਪੰਥ ਇੱਕ ਖੱਤਰੀ ਦਾ ਖੜਾ ਕੀਤਾ ਹੋਇਆ ਹੈ ਤੇ ਮੈਂ ਵੀ ਇੱਕ ਖੱਤਰੀ ਹਾਂ। ਤੇ ਇੱਕ ਖੱਤਰੀ ਦੇ ਵੱਲੋਂ ਚਲਾਏ ਹੋਏ ਪੰਥ ਨੂੰ ਇੱਕ ਖੱਤਰੀ ਨਾਸ਼ ਕਰ ਸਕਦਾ ਹੈ। ਤੇ ਕਹਿਣ ਲੱਗਾ ਨਵਾਬ ਜੀ ਹੁਣ ਮੈਨੂੰ ਤੁਸੀਂ ਜਿਹੜਾ ਵਾ ਸਾਰੀ ਫੌਜ ਦੇ ਦਵੋ, ਸਾਰਾ ਅਸਲਾ ਬਰੂਦ ਦੇ ਦਵੋ, ਸਾਰਾ ਪੈਸਾ ਧਨ ਦੌਲਤ ਦੇ ਦਵੋ ਤੇ ਮੈਂ ਕੁਝ ਹੀ ਦਿਨਾਂ ਦੇ ਵਿੱਚ ਇਸ ਖੱਤਰੀ ਨਾਨਕ ਵੱਲੋਂ ਚਲਾਏ ਹੋਏ ਪੰਥ ਦਾ ਨਾਸ਼ ਕਰ ਦਵਾਂਗਾ
ਤੇ ਆ ਕੇ ਜਿਹੜਾ ਸਿਰ ਤੇ ਪੱਗ ਬੰਨਾਂਗਾ, ਉਹਨਾਂ ਚਿਰ ਤੱਕ ਮੈਂ ਪੱਗ ਨਹੀਂ ਸਿਰ ਤੇ ਰੱਖਾਂਗਾ ਜਿੰਨਾ ਚਿਰ ਤੱਕ ਇਸ ਪੰਥ ਦਾ ਨਾਸ਼ ਨਹੀਂ ਕਰ ਦਵਾਂਗਾ। ਲਖਪਤ ਰਾਏ ਨੇ ਆਪਣੇ ਭਰਾ ਜਸਪਤ ਰਾਏ ਦੀ ਮੌਤ ਦਾ ਬਦਲਾ ਲੈਣ ਵਾਸਤੇ ਜਿਹੜਾ ਸਿੱਖਾਂ ਦਾ ਸਰਵਨਾਸ਼ ਕਰਨ ਦਾ ਇਹ ਪ੍ਰਣ ਲਿਆ ਤੇ ਪ੍ਰਣ ਕਰਕੇ ਕਿਵੇਂ ਫਿਰ ਸਿੱਖਾਂ ਦੇ ਉੱਤੇ ਹਮਲਾ ਕਰਦਾ ਹੈ ਤੇ ਕਿਵੇਂ ਸਿੱਖ ਅੱਗੇ ਜਵਾਬ ਦਿੰਦੇ ਹਨ, ਉਹ ਵਿਚਾਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।